ਪੰਜਾਬੀ ਭਾਸ਼ਾ ਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਸਮੂਹ ਸਰੋਤਾ ਜਨ ਤੇ ਪਿਆਰੇ ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ। ਮੈਂ ਜਗਨੂਪ ਕੌਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਵਾਰੀ ਫਿਰ ਤੁਹਾਡੇ ਸਨਮੁਖ ਪੰਜਾਬੀ ਦੇ ਨਵੇਂ ਵਿਸ਼ੇ ਦੇ ਨਾਲ। ਵਿਦਿਆਰਥੀਓ, ਅੱਜ ਅਸੀਂ ਪੰਜਾਬੀ ਵਿਆਕਰਣ ਦਾ ਨਵਾਂ ਵਿਸ਼ਾ ਕਰਾਂਗੇ, ਪਰ ਉਹ ਨਵਾਂ ਵਿਸ਼ਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਚਲ ਚਿੱਤਰ ਵਿਖਾਵਾਂਗੀ। ਤੁਸੀਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਣਾ ਹੈ ਤੇ ਸਮਝਣਾ ਹੈ, ਤੇ ਫਿਰ ਅਸੀਂ ਸਾਂਝੇ ਰੂਪ ਦੇ ਵਿੱਚ ਭਾਵ ਤੁਸੀਂ ਤੇ ਮੈਂ ਇਹ ਵੇਖਾਂਗੇ ਕਿ ਅੱਜ ਅਸੀਂ ਕਿਹੜਾ ਵਿਆਕਰਣ ਦਾ ਵਿਸ਼ਾ ਕਰਨਾ ਹੈ। ਚਲੋ ਆਓ ਵੇਖਦੇ ਹਾਂ ਕੁਝ ਚਲ ਚਿੱਤਰ। ਚੂਹਾ ਬਿੱਲੀ ਨੂੰ ਵੇਖ ਕੇ ਦੌੜ ਗਿਆ। ਹੁਣ ਜੇ ਅਸੀਂ ਇਸ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ ਤਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਚੂਹਾ ਬਿੱਲੀ ਨੂੰ ਵੇਖ ਕੇ ਹਰਨ ਹੋ ਗਿਆ। ਇਸੇ ਤਰ੍ਹਾਂ ਮੇਲੇ ਵਿੱਚ ਬੜੀ ਰੌਣਕ ਸੀ। ਪ੍ਰਭਾਵਸ਼ਾਲੀ ਢੰਗ ਨਾਲ ਕਹੀਏ ਤਾਂ ਮੇਲੇ ਵਿੱਚ ਬੜੀ ਗਹਿਮਾ ਗਹਿਮ ਸੀ। ਹਰਨ ਹੋ ਗਿਆ ਤੇ ਗਹਿਮਾ ਗਹਿਮ ਦੋਨੋਂ ਮੁਹਾਵਰੇ ਹਨ। ਹਾਂਜੀ ਵਿਦਿਆਰਥੀਓ, ਚਲ ਚਿੱਤਰ ਵੇਖ ਕੇ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਅਸੀਂ ਕਿਹੜਾ ਉਪਵਿਸ਼ਾ ਕਰਨਾ ਹੈ। ਹਾਂਜੀ, ਅੱਜ ਅਸੀਂ ਮੁਹਾਵਰੇ ਕਰਨੇ ਹਨ। ਬੱਚੋ, ਮੁਹਾਵਰੇ ਜਿਹੜੇ ਹੈ ਨਾ, ਉਹ ਕਿਸੇ ਵੀ ਭਾਸ਼ਾ ਦੀ ਜਿੰਦ ਜਾਨ ਹੁੰਦੇ ਹਨ। ਇਹਨਾਂ ਦੀ ਜਿਹੜੀ ਰਚਨਾ ਕੋਈ ਲੇਖਕ ਨਹੀਂ ਕਰਦਾ, ਸਗੋਂ ਇਹ ਆਪ ਮੁਹਾਰੇ ਲੋਕਾਂ ਦੇ ਵਿੱਚ ਉਗਮਦੇ ਹਨ। ਜਿਵੇਂ ਸਾਡੇ ਲੋਕ ਗੀਤ ਆਪਣੇ ਆਪ ਉਗਮਦੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੇ ਜਾਂਦੇ ਹਨ, ਇਸੇ ਤਰ੍ਹਾਂ ਹੀ ਮੁਹਾਵਰੇ ਵੀ ਜਿਹੜੇ ਨੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਜਾਂਦੇ ਹਨ। ਜਿਹੜੇ ਮੁਹਾਵਰੇ ਹੁੰਦੇ ਨੇ ਨਾ ਬੱਚਿਓ, ਇਹਨਾਂ ਦੇ ਸ਼ਾਬਦਿਕ ਅਰਥ ਵੱਖਰੇ ਹੁੰਦੇ ਨੇ, ਤੇ ਪਰ ਜਿਹੜੇ ਇਹਨਾਂ ਦੇ ਅੰਦਰੂਨੀ ਅਰਥ ਹੁੰਦੇ ਨੇ ਉਹ ਬਿਲਕੁਲ ਹੀ ਇਹਨਾਂ ਤੋਂ ਸ਼ਬਦਾਂ ਤੋਂ ਵੱਖ ਹੁੰਦੇ ਹਨ। ਤੇ ਜਿਹੜਾ ਮੁਹਾਵਰਾ ਹੁੰਦਾ ਬੱਚੇ, ਜਾਂ ਤਾਂ 2 ਸ਼ਬਦਾਂ ਦਾ ਮੇਲ ਹੁੰਦਾ ਤੇ ਜਾਂ 2 ਤੋਂ ਲੈ ਕੇ 4 ਸ਼ਬਦਾਂ ਦਾ ਮੇਲ ਹੁੰਦਾ ਹੈ। ਜਿਵੇਂ ਆਪਾਂ ਕਹੀਏ ਉੱਲੂ ਬੋਲਣੇ, ਇਹ 'ਚ 2 ਸ਼ਬਦ ਹੈ, ਇਹ 2 ਸ਼ਬਦਾਂ ਤੋਂ ਮੁਹਾਵਰਾ ਬਣਿਆ ਹੈ। ਤੇ ਜੇ ਮੈਂ ਕਹਾਂ ਈਦ ਦਾ ਚੰਦ ਹੋਣਾ, ਸੋ ਇਹ 4 ਸ਼ਬਦਾਂ ਦਾ ਮੁਹਾਵਰਾ ਬਣਿਆ ਹੈ। ਸੋ 2 ਸ਼ਬਦਾਂ ਤੋਂ ਲੈ ਕੇ 4 ਸ਼ਬਦਾਂ ਦਾ ਤੁਕਾਨ ਜਿਹੜਾ ਇਹਦੇ ਵਿੱਚ ਹੁੰਦਾ ਹੈ। ਸੋ ਆਓ ਕਰਦੇ ਹਾਂ ਅਸੀਂ ਮੁਹਾਵਰੇ। ਪਰ ਮੁਹਾਵਰੇ ਕਰਨ ਤੋਂ ਪਹਿਲਾਂ ਅਸੀਂ ਇਹ ਵੇਖਾਂਗੇ ਕਿ ਮੁਹਾਵਰੇ ਹੁੰਦੇ ਕੀ ਹਨ, ਕੀ ਪਰਿਭਾਸ਼ਾ ਹੈ ਇਹਨਾਂ ਦੀ। ਸੋ ਆਓ ਪਹਿਲਾਂ ਪਰਿਭਾਸ਼ਾ ਕਰਦੇ ਹਾਂ ਤੇ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਮਹੱਤਤਾ ਵੀ ਕਰਾਂਗੇ ਕਿ ਮੁਹਾਵਰੇ ਕਿਉਂ ਜ਼ਰੂਰੀ ਹਨ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਮੁਹਾਵਰੇ ਕੀ ਹੁੰਦੇ ਹਨ। ਬੱਚਿਓ, ਮੁਹਾਵਰੇ ਸ਼ਬਦਾਂ ਦੇ ਉਸ ਇਕੱਠ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਸ਼ਬਦੀ ਅਰਥ ਹੋਰ ਹੋਣ ਤੇ ਭਾਵ ਅਰਥ ਹੋਰ। ਮੁਹਾਵਰੇ ਕਿਸੇ ਵੀ ਭਾਸ਼ਾ ਦੀ ਸੂਖਮਤਾ ਨੂੰ ਪ੍ਰਗਟ ਕਰਦੇ ਹਨ। ਮੁਹਾਵਰੇ ਜਿਹੜੇ ਨੇ ਉਹ ਸਾਡੀ ਬੋਲੀ ਦੀ ਸਮਰੱਥਾ ਹੁੰਦੇ ਹਨ। ਸੋ ਇਸ ਤੋਂ ਭਾਵ ਇਹ ਹੈ ਬੱਚਿਓ ਕਿ ਮੁਹਾਵਰੇ ਜਿਹੜੇ ਨੇ, ਜਿਹੜਾ ਮੁਹਾਵਰਾ ਅਸੀਂ ਬੋਲਦੇ ਹਾਂ ਉਸ ਨੂੰ ਉਹਨਾਂ ਸ਼ਬਦਾਂ ਦੇ ਅਰਥ ਤੇ ਜਿਹੜਾ ਮੁਹਾਵਰੇ ਦੇ ਵਿਚਲਾ ਜੋ ਅਸੀਂ ਕਿਸੇ ਨੂੰ ਕਹਿਣਾ ਚਾਹੁੰਦੇ ਹਾਂ ਅੰਦਰੂਨੀ ਅਰਥ, ਉਹ ਦੋਵੇਂ ਤਰ੍ਹਾਂ ਦੇ ਵੱਖ-ਵੱਖ ਹੁੰਦੇ ਹਨ। ਬਾਹਰੀ ਅਰਥ ਵੱਖ ਹੁੰਦੇ ਹਨ ਤੇ ਅੰਦਰੂਨੀ ਅਰਥ ਵੱਖ ਹੁੰਦੇ ਹਨ। ਤੇ ਜਦੋਂ ਵੀ ਤੁਸੀਂ ਕਿਸੇ ਮੁਹਾਵਰੇ ਨੂੰ ਵਾਕ ਦੇ ਵਿੱਚ ਵਰਤਣਾ ਹੈ ਜਾਂ ਆਪਸੀ ਗੱਲਬਾਤ ਦੇ ਵਿੱਚ ਵਰਤਣਾ ਹੈ ਤੇ ਤੁਸੀਂ ਉਹਨਾਂ ਦੇ ਹਮੇਸ਼ਾ ਹੀ ਅੰਦਰੂਨੀ ਅਰਥਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਚਲੋ ਆਓ ਵਿਦਿਆਰਥੀਓ, ਹੁਣ ਕਰਦੇ ਹਾਂ ਕਿ ਮੁਹਾਵਰੇ ਸਾਡੇ ਲਈ ਕਿਉਂ ਜ਼ਰੂਰੀ ਹੈ, ਕੀ ਮਹੱਤਵ ਹੈ ਇਹਨਾਂ ਦਾ ਸਾਡੀ ਬੋਲੀ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ। ਬੱਚਿਓ, ਮੁਹਾਵਰੇ ਕਿਸੇ ਵੀ ਉੱਨਤ ਬੋਲੀ ਦਾ ਸ਼ਿੰਗਾਰ ਹੁੰਦੇ ਹਨ। ਇਹ ਸਾਡੇ ਸਮਾਜਿਕ ਜੀਵਨ ਅਨੁਸਾਰ ਪ੍ਰਚਲਿਤ ਹੁੰਦੇ ਹਨ। ਪੰਜਾਬੀ ਭਾਸ਼ਾ ਵਿੱਚ ਤਾਂ ਮੁਹਾਵਰਿਆਂ ਲਈ ਵਿਸ਼ੇਸ਼ ਥਾਂ ਹੈ। ਇਹ ਪੰਜਾਬੀ ਭਾਸ਼ਾ ਦਾ ਵੱਡਮੁੱਲਾ ਖਜ਼ਾਨਾ ਹਨ। ਜੇ ਮੁਹਾਵਰੇ ਭਾਸ਼ਾ ਵਿੱਚ ਨਾ ਹੋਣ ਤਾਂ ਸਾਡੀ ਸਾਰੀ ਦੀ ਸਾਰੀ ਭਾਸ਼ਾ ਦੀ ਰਵਾਨਗੀ ਖਤਮ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਇਹਨਾਂ ਦੀ ਮਹੱਤਤਾ ਇਹ ਹੈ ਕਿ ਇਹ ਸਾਡੀ ਪੰਜਾਬੀ ਬੋਲੀ ਲਈ ਬਹੁਤ ਹੀ ਜ਼ਰੂਰੀ ਅੰਗ ਹਨ। ਆਓ ਹੁਣ ਸ਼ੁਰੂ ਕਰਦੇ ਹਾਂ ਮੁਹਾਵਰੇ। ਸਾਡਾ ਪਹਿਲਾ ਮੁਹਾਵਰਾ ਹੈ ਉਸਤਾਦੀ ਕਰਨੀ। ਸੋ ਉਸਤਾਦੀ ਕਰਨੀ ਦਾ ਬੱਚੋ ਅਰਥ ਹੁੰਦਾ ਹੈ ਚਲਾਕੀ ਕਰਨੀ। ਜਦੋਂ ਕੋਈ ਕਿਸੇ ਨਾਲ ਚਲਾਕੀ ਕਰਦਾ ਹੈ ਤੇ ਉਸ ਵੇਲੇ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਹੁਣ ਅਸੀਂ ਇਸ ਦਾ ਵਾਕ ਬਣਾਉਂਦੇ ਹਾਂ।
ਅਜੋਕੇ ਸਮੇਂ ਵਿੱਚ ਵਧੇਰੇ ਨੇਤਾ ਸਧਾਰਨ ਲੋਕਾਂ ਨਾਲ ਉਸਤਾਦੀ ਕਰਨੀ ਚੰਗੀ ਤਰ੍ਹਾਂ ਜਾਣਦੇ ਹਨ। ਸੋ ਇਸ ਪ੍ਰਕਾਰ ਇਹਦੇ ਵਿੱਚ ਜਿਹੜਾ ਵਿਚਲਾ ਅਰਥ ਹੈ ਉਸਤਾਦੀ ਕਰਨੇ ਦਾ ਅੰਦਰੂਨੀ ਅਰਥ ਹੈ ਕਿ ਕਿਸੇ ਨਾਲ ਚਲਾਕੀ ਕਰਨੀ। ਹੁਣ ਤੁਸੀਂ ਆਪ ਵੀ ਬੱਚੋ ਇੱਕ ਇਹਦੇ ਜਿਹੜਾ ਮੁਹਾਵਰਾ ਹੈ ਉਸਤਾਦੀ ਕਰਨੀ ਜਿਹਦਾ ਅਰਥ ਹੈ ਚਲਾਕੀ ਕਰਨੀ, ਇਸ ਦਾ ਵਾਕ ਇੱਕ ਆਪ ਬਣਾਉਣਾ ਹੈ। ਹੁਣ ਅਸੀਂ ਕਰਾਂਗੇ ਮੁਹਾਵਰਾ ਨੰਬਰ 2। ਸਾਡਾ ਦੂਸਰਾ ਮੁਹਾਵਰਾ ਹੈ ਉੱਲੂ ਬੋਲਣੇ। ਉੱਲੂ ਬੋਲਣ ਦਾ ਬੱਚੋ ਜਿਹੜਾ ਅੰਦਰੂਨੀ ਅਰਥ ਹੁੰਦਾ ਹੈ, ਭਾਵ ਅਰਥ ਹੁੰਦਾ ਹੈ, ਉਹ ਹੁੰਦਾ ਹੈ ਉਜਾੜ ਪੈਣੀ, ਅਤੇ ਜਾਂ ਫਿਰ ਇਸ ਦਾ ਦੂਸਰਾ ਅਰਥ ਹੋ ਸਕਦਾ ਹੈ ਸੁੰਨਸਾਨ ਪੈਣੀ। ਜਦੋਂ ਕੋਈ ਜਗ੍ਹਾ ਅਸੀਂ ਉਜਾੜ ਭਰੀ ਵੇਖਦੇ ਹਾਂ ਜਾਂ ਸੁੰਨਸਾਨ ਜਗ੍ਹਾ ਵੇਖਦੇ ਹਾਂ ਤਾਂ ਉਦੋਂ ਅਸੀਂ ਇਹਨਾਂ ਚੀਜ਼ਾਂ ਦੇ ਲਈ ਜਿਹੜਾ ਹੈ ਮੁਹਾਵਰਾ ਉੱਲੂ ਬੋਲਣੇ ਜਿਹੜੇ ਆ ਵਰਤਦੇ ਹਾਂ। ਜਿਵੇਂ ਕਿ ਅਸੀਂ ਇਹ ਵੀ ਵਾਕ ਬਣਾ ਸਕਦੇ ਹਾਂ ਕਿ ਛੁੱਟੀਆਂ ਦੇ ਦਿਨਾਂ ਵਿੱਚ ਤਾਂ ਸਕੂਲਾਂ ਵਿੱਚ ਵੀ ਉੱਲੂ ਬੋਲਦੇ ਹਨ। ਹੁਣ ਬੱਚੇ ਜਦੋਂ ਤੁਹਾਨੂੰ ਛੁੱਟੀਆਂ ਹੁੰਦੀਆਂ ਸਕੂਲਾਂ ਤੋਂ, ਉਦੋਂ ਸਕੂਲਾਂ ਦੇ ਵਿੱਚ ਜਿਹੜੀ ਹੈ ਬਿਲਕੁਲ ਸੁੰਨਸਾਨ ਹੋ ਜਾਂਦੀ ਹੈ, ਉਜਾੜ ਪੈ ਜਾਂਦੀ ਹੈ, ਕੋਈ ਵੀ ਬੱਚਾ ਸਕੂਲ ਨਹੀਂ ਜਾਂਦਾ। ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਬਿਲਕੁਲ ਉਜਾੜ ਹੋ ਜਾਏ ਜਾਂ ਸੁੰਨਸਾਨ ਪੈ ਜਾਏ ਜਿੱਥੇ ਵੀ ਜਿਹੜੀ ਵੀ ਜਗ੍ਹਾ 'ਤੇ, ਉੱਥੇ ਅਸੀਂ ਇਹ ਮੁਹਾਵਰੇ ਦੀ ਵਰਤੋਂ ਕਰਦੇ ਹਾਂ ਕਿ ਉੱਲੂ ਬੋਲਣੇ। ਸੋ ਇਸ ਪ੍ਰਕਾਰ ਤੁਸੀਂ ਵੀ ਇੱਕ ਵਾਕ ਬਣਾਓ ਉੱਲੂ ਬੋਲਣੇ ਦਾ, ਜਿਸ ਦਾ ਅਰਥ ਹੋਏਗਾ ਸੁੰਨਸਾਨ ਜਗ੍ਹਾ ਹੋਣੀ ਜਾਂ ਕਿਤੇ ਉਜਾੜ ਪੈ ਜਾਣੀ। ਆਓ ਹੁਣ ਅਸੀਂ ਕਰਦੇ ਹਾਂ ਮੁਹਾਵਰਾ ਨੰਬਰ 3। ਸਾਡਾ ਤੀਸਰਾ ਮੁਹਾਵਰਾ ਹੈ ਉਂਗਲਾਂ 'ਤੇ ਨਚਾਉਣਾ। ਉਂਗਲਾਂ 'ਤੇ ਨਚਾਉਣਾ ਮੁਹਾਵਰੇ ਦਾ ਅਰਥ ਹੁੰਦਾ ਹੈ ਕਿਸੇ ਨੂੰ ਆਪਣੇ ਵੱਸ ਵਿੱਚ ਕਰਕੇ ਉਸ ਕੋਲੋਂ ਮਨ ਮਰਜ਼ੀ ਦੇ ਅਨੁਸਾਰ ਕੰਮ ਕਰਾਉਣਾ। ਜਦੋਂ ਕਿਸੇ ਨੂੰ ਕੋਈ ਵੱਸ ਵਿੱਚ ਕਰ ਲੈਂਦਾ ਅਤੇ ਆਪਣੀ ਮਰਜ਼ੀ ਦੇ ਅਨੁਸਾਰ ਕੰਮ ਕਰਦਾ ਹੈ, ਉਦੋਂ ਇਸ ਮੁਹਾਵਰੇ ਦੀ ਉਂਗਲਾਂ 'ਤੇ ਨਚਾਉਣਾ ਵਰਤੋਂ ਕੀਤੀ ਜਾਂਦੀ ਹੈ। ਆਓ ਹੁਣ ਆਪਾਂ ਉਂਗਲਾਂ 'ਤੇ ਨਚਾਉਣਾ ਮੁਹਾਵਰੇ ਦਾ ਵਾਕ ਬਣਾਉਂਦੇ ਹਾਂ। ਰੀਟਾ ਦਾ ਆਪਣੇ ਪਤੀ ਉੱਤੇ ਇੰਨਾ ਰੋਹਬ ਹੈ ਕਿ ਉਹ ਹਰ ਵੇਲੇ ਉਸ ਨੂੰ ਉਂਗਲਾਂ 'ਤੇ ਨਚਾਉਂਦੀ ਰਹਿੰਦੀ ਹੈ। ਸੋ ਇਸ ਪ੍ਰਕਾਰ ਜਦੋਂ ਕੋਈ ਇਨਸਾਨ ਕਿਸੇ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਅਤੇ ਆਪਣੀ ਮਰਜ਼ੀ ਦੇ ਅਨੁਸਾਰ ਉਸ ਕੋਲੋਂ ਕੰਮ ਕਰਵਾਉਂਦਾ ਹੈ, ਉਸ ਵੇਲੇ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ ਉਂਗਲਾਂ 'ਤੇ ਨਚਾਉਣਾ। ਇਸ ਦੇ ਅੰਦਰੂਨੀ ਅਰਥ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਆਪਣੀ ਮਰਜ਼ੀ ਦੇ ਅਨੁਸਾਰ ਕਿਸੇ ਕੋਲੋਂ ਕੰਮ ਕਰਨ ਲਈ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਹੁਣ ਅਸੀਂ ਕਰਦੇ ਹਾਂ ਬੱਚਿਓ ਮੁਹਾਵਰਾ ਨੰਬਰ 4। ਸਾਡਾ ਚੌਥਾ ਮੁਹਾਵਰਾ ਹੈ ਉੱਚਾ ਨੀਵਾਂ ਬੋਲਣਾ। ਸੋ ਉੱਚਾ ਨੀਵਾਂ ਬੋਲਣਾ ਮੁਹਾਵਰੇ ਦੇ ਅਰਥ ਹੁੰਦੇ ਹਨ ਕਿਸੇ ਨਾਲ ਵੱਧ ਘੱਟ ਬੋਲਣਾ ਜਾਂ ਫਿਰ ਕਿਸੇ ਨੂੰ ਚੰਗਾ ਮੰਦਾ ਬੋਲਣਾ। ਜਦੋਂ ਅਸੀਂ ਕਿਸੇ ਨੂੰ ਬੁਰੇ ਸ਼ਬਦ ਬੋਲਦੇ ਹਾਂ ਜਾਂ ਕਿਸੇ ਨਾਲ ਜ਼ਿਆਦਾ ਵੱਧ ਘੱਟ ਬੋਲਦੇ ਹਾਂ ਤਾਂ ਉਸ ਵੇਲੇ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ ਉੱਚਾ ਨੀਵਾਂ ਬੋਲਣਾ। ਆਓ ਹੁਣ ਆਪਾਂ ਉੱਚਾ ਨੀਵਾਂ ਬੋਲਣਾ ਮੁਹਾਵਰੇ ਦਾ ਵਾਕ ਬਣਾਉਂਦੇ ਹਾਂ। ਸਾਡਾ ਵਾਕ ਹੈ ਆਪਣੇ ਮਾਤਾ ਪਿਤਾ ਨਾਲ ਕਿਸੇ ਕਾਰਨ ਵੀ ਉੱਚਾ ਨੀਵਾਂ ਬੋਲਣਾ ਬਹੁਤ ਹੀ ਬੁਰੀ ਆਦਤ ਹੈ। ਸੋ ਇਸ ਮੁਹਾਵਰੇ ਦਾ ਅਰਥ ਇਹੀ ਹੈ ਕਿ ਉੱਚਾ ਨੀਵਾਂ ਬੋਲਣ ਤੋਂ ਭਾਵ ਇਹੀ ਹੈ, ਇਸ ਦੇ ਅੰਦਰੂਨੀ ਅਰਥ ਇਹੀ ਹਨ ਕਿ ਸਾਨੂੰ ਕਿਸੇ ਨਾਲ ਜਦੋਂ ਅਸੀਂ ਘੱਟ ਵੱਧ ਜਾਂ ਚੰਗਾ ਮਾੜਾ ਬੋਲਦੇ ਹਾਂ ਤਾਂ ਉਸ ਲਈ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਹੁਣ ਅਸੀਂ ਕਰਦੇ ਹਾਂ ਮੁਹਾਵਰਾ ਨੰਬਰ 5। ਸਾਡਾ ਪੰਜਵਾਂ ਮੁਹਾਵਰਾ ਹੈ ਉੱਲੂ ਸਿੱਧਾ ਕਰਨਾ। ਉੱਲੂ ਸਿੱਧਾ ਕਰਨਾ ਮੁਹਾਵਰੇ ਦੇ ਅਰਥ ਹੁੰਦੇ ਹਨ ਸਵਾਰਥੀ ਹੋਣਾ ਕਿਸੇ ਦਾ, ਜਾਂ ਕਿਸੇ ਨੇ ਆਪਣਾ ਮਤਲਬ ਕੱਢ ਲੈਣਾ, ਮਤਲਬ ਹੋਣਾ, ਮਤਲਬੀ ਹੋਣਾ, ਮਤਲਬ ਕੱਢਣਾ ਜਾਂ ਸਵਾਰਥੀ ਹੋਣਾ ਕਿਸੇ ਲਈ। ਸੋ ਜਿਹੜਾ ਬੰਦਾ ਸਵਾਰਥੀ ਹੋ ਜਾਏ ਜਾਂ ਆਪਣੇ ਹੀ ਮਤਲਬ ਬਾਰੇ ਸੋਚੇ, ਉਸ ਲਈ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ ਉੱਲੂ ਸਿੱਧਾ ਕਰਨਾ। ਆਓ ਹੁਣ ਉੱਲੂ ਸਿੱਧਾ ਕਰਨਾ ਮੁਹਾਵਰੇ ਦਾ ਵਾਕ ਬਣਾਉਂਦੇ ਹਾਂ। ਹੁਣ ਤਾਂ ਜ਼ਮਾਨਾ ਹੀ ਅਜਿਹਾ ਆ ਗਿਆ ਹੈ ਕਿ ਤੁਹਾਡੇ ਆਪਣੇ ਵੀ ਹਮੇਸ਼ਾ ਉੱਲੂ ਸਿੱਧਾ ਕਰਕੇ ਚਲੇ ਜਾਂਦੇ ਹਨ। ਸੋ ਜਦੋਂ ਤੁਹਾਨੂੰ ਪਤਾ ਲੱਗੇ ਕਿ ਕੋਈ ਵਿਅਕਤੀ ਆਪਣਾ ਮਤਲਬ ਕੱਢ ਕੇ ਚਲਾ ਗਿਆ ਹੈ ਜਾਂ ਸਵਾਰਥੀ ਹੈ ਤੁਹਾਡੇ ਲਈ, ਉੱਥੇ ਇਹ ਮੁਹਾਵਰਾ ਵਰਤਿਆ ਜਾਂਦਾ ਹੈ ਉੱਲੂ ਸਿੱਧਾ ਕਰਨਾ। ਹੁਣ ਅਸੀਂ ਕਰਦੇ ਹਾਂ ਮੁਹਾਵਰਾ ਨੰਬਰ 6। ਮੁਹਾਵਰਾ ਨੰਬਰ 6 ਹੈ ਉੱਗ ਸੁੱਗ ਨਾ ਮਿਲਣਾ। ਉੱਗ ਸੁੱਗ ਨਾ ਮਿਲਣਾ ਮੁਹਾਵਰੇ ਦਾ ਅਰਥ ਹੁੰਦਾ ਹੈ
ਪਤਾ ਨਾ ਲੱਗਣਾ, ਜਦੋਂ ਕਿਸੇ ਚੀਜ਼ ਦਾ, ਕਿਸੇ ਵੀ ਗੱਲ ਦਾ ਕੋਈ ਪਤਾ ਨਾ ਲੱਗੇ, ਕਿਸੇ ਦੇ ਜਿੱਥੇ ਰਹਿਣ ਡਿਆ ਕੋਈ ਉਹਦੀ ਚੀਜ਼ ਦਾ ਪਤਾ ਨਾ ਲੱਗੇ, ਉਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਦੀ ਉੱਗ ਸੁੱਗ ਨਹੀਂ ਮਿਲੀ। ਆਓ ਹੁਣ ਅਸੀਂ ਇਹਦਾ ਵਾਕ ਬਣਾਉਂਦੇ ਹਾਂ। ਜਦੋਂ ਅਸੀਂ ਵਾਕ ਕਰਾਂਗੇ ਤਾਂ ਤੁਹਾਨੂੰ ਪੂਰਨ ਰੂਪ 'ਚ ਇਹ ਮੁਹਾਵਰਾ ਸਮਝ ਲੱਗ ਜਾਵੇਗਾ। ਵਾਕ। ਉਤਰਾਂਚਲ ਵਿੱਚ ਆਏ ਹੜ੍ਹਾਂ ਕਾਰਨ ਕਈ ਲੋਕਾਂ ਦੀ ਅਜੇ ਤੱਕ ਕੋਈ ਉੱਗ ਸੁੱਗ ਨਹੀਂ ਮਿਲੀ। ਇਸ ਦੇ ਅਰਥ ਹਨ ਕਿ ਜਿਹੜੇ ਉਤਰਾਂਚਲ ਵਿੱਚ ਹੜ੍ਹ ਆਏ ਸੀ, ਹਜੇ ਤੱਕ ਉਹਨਾਂ ਵਿੱਚ ਕਈ ਲੋਕ ਇਹੋ ਜਿਹੇ ਸੀਗੇ ਜਿਹੜੇ ਹੜ੍ਹਾਂ ਵਿੱਚ ਡੁੱਬ ਕੇ ਮਰ ਗਏ ਸੀ ਅਤੇ ਹਜੇ ਤੱਕ ਉਹਨਾਂ ਵਿਚਾਰਿਆਂ ਦੀ ਕੋਈ ਉੱਗ ਸੁੱਗ ਨਹੀਂ ਮਿਲੀ। ਭਾਵ ਅਰਥ ਇੱਥੇ ਕੀ ਹੈ ਕਿ ਉਹਨਾਂ ਦਾ ਕੋਈ ਵੀ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਨੂੰ ਚਲੇ ਗਏ। ਸੋ ਉੱਗ ਸੁੱਗ ਨਾ ਮਿਲਣਾ ਮੁਹਾਵਰੇ ਦਾ ਅਰਥ ਇਹੀ ਹੈ ਕਿ ਪਤਾ ਨਾ ਲੱਗਣਾ। ਹੁਣ ਅਸੀਂ ਕਰਦੇ ਹਾਂ ਮੁਹਾਵਰਾ ਨੰਬਰ 7। ਸਾਡਾ 7 ਨੰਬਰ ਮੁਹਾਵਰਾ ਹੈ 19-21 ਦਾ ਫਰਕ ਹੋਣਾ। 19-21 ਦਾ ਫਰਕ ਹੋਣਾ ਮੁਹਾਵਰੇ ਦਾ ਅਰਥ ਹੁੰਦਾ ਹੈ ਬਹੁਤ ਥੋੜ੍ਹਾ ਜਿਹਾ ਫਰਕ ਹੋਣਾ। ਮਤਲਬ ਕਿ ਜਦੋਂ ਕਿਸੇ ਚੀਜ਼ ਵਿੱਚ ਦੋ ਚੀਜ਼ਾਂ ਹੋਣ ਅਤੇ ਦੋਨਾਂ ਚੀਜ਼ਾਂ ਵਿੱਚ ਬਹੁਤ ਥੋੜ੍ਹਾ ਅੰਤਰ ਹੋਵੇ, ਉੱਥੇ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਹੁਣ ਅਸੀਂ ਇਹਦਾ ਵਾਕ ਬਣਾਉਂਦੇ ਹਾਂ ਅਤੇ ਫਿਰ ਸਾਨੂੰ ਇਹ ਮੁਹਾਵਰਾ ਚੰਗੀ ਤਰ੍ਹਾਂ ਸਮਝ ਲੱਗ ਜਾਏਗਾ। ਗਿੰਨੀ ਅਤੇ ਮਨੀ ਬੇਸ਼ੱਕ ਜੋੜੀਆਂ ਭੈਣਾਂ ਹਨ, ਪਰ ਉਹਨਾਂ ਦੇ ਸੁਭਾਅ ਵਿੱਚ 19-21 ਦਾ ਫਰਕ ਤਾਂ ਹੈ ਹੀ। ਮਤਲਬ ਕਿ ਜੇਕਰ ਕੋਈ ਜੋੜੀਆਂ ਭੈਣਾਂ ਦੀ ਵੀ ਗੱਲ ਕੀਤੀ ਗਈ ਹੈ, ਫਿਰ ਵੀ ਉਹਨਾਂ ਦੇ ਸੁਭਾਅ ਦੇ ਵਿੱਚ ਜੇ ਫਰਕ ਹੈ ਥੋੜ੍ਹਾ ਬਹੁਤਾ, ਅਤੇ ਉਦੋਂ ਅਸੀਂ ਇਸ ਮੁਹਾਵਰੇ ਦੀ ਵਰਤੋਂ ਕਰ ਸਕਦੇ ਹਾਂ 19-21 ਦਾ ਫਰਕ। ਭਾਵ ਜਦੋਂ ਬਹੁਤ ਥੋੜ੍ਹਾ ਜਿਹਾ ਫਰਕ ਦੱਸਣਾ ਹੋਵੇ ਕਿਸੇ 'ਚ, ਅਤੇ ਉਦੋਂ ਅਸੀਂ ਇਸ ਮੁਹਾਵਰੇ ਦੀ ਵਰਤੋਂ ਕਰਦੇ ਹਾਂ। ਹੁਣ ਅਸੀਂ ਕਰਦੇ ਹਾਂ ਮੁਹਾਵਰਾ ਨੰਬਰ 8। ਸਾਡਾ 8 ਨੰਬਰ ਮੁਹਾਵਰਾ ਹੈ ਉਸਲ ਵੱਟੇ ਭੰਨਣੇ। ਉਸਲ ਵੱਟੇ ਭੰਨਣਾ ਦਾ ਮਤਲਬ ਹੁੰਦਾ ਹੈ ਸੁਸਤੀ ਵਿੱਚ ਪਾਸੇ ਮਾਰਨੇ। ਭਾਵ ਕਿ ਜੋ ਤੁਸੀਂ ਲੰਮੇ ਪਏ ਹੋਵੋ, ਤੁਹਾਨੂੰ ਨੀਂਦ ਨਾ ਆਵੇ ਤਾਂ ਤੁਸੀਂ ਸੁਸਤੀ ਦੇ ਵਿੱਚ, ਸੁਸਤੀ ਪਈ ਹੋਵੇ, ਉੱਠਣ ਨੂੰ ਜੀ ਨਾ ਕਰੇ ਅਤੇ ਇੱਧਰ ਉੱਧਰ ਆਪਣੇ ਪਾਸੇ ਮਾਰਦੇ ਰਹੋ, ਅਤੇ ਉਦੋਂ ਇਸ ਮੁਹਾਵਰੇ ਉਸਲ ਵੱਟੇ ਭੰਨਣੇ ਦੀ ਵਰਤੋਂ ਕੀਤੀ ਜਾਂਦੀ ਹੈ। ਆਓ ਹੁਣ ਅਸੀਂ ਇਸ ਦਾ ਵਾਕ ਬਣਾਉਂਦੇ ਹਾਂ। ਬਿਮਾਰੀ ਕਾਰਨ ਸੁਖਚੈਨ ਨੇ ਸਾਰੀ ਰਾਤ ਉਸਲ ਵੱਟੇ ਭੰਨਦਿਆਂ ਬਿਤਾਈ। ਭਾਵ ਕਿ ਸੁਖਚੈਨ ਨੂੰ ਰਾਤੀ ਨੀਂਦ ਨਾ ਆਉਣ ਕਰਕੇ ਉਸਨੇ ਸਾਰੀ ਰਾਤ ਜਿਹੜੀ ਸੀ ਇੱਧਰ ਉੱਧਰ ਪਾਸੇ ਮਾਰਦਿਆਂ ਉਸਲ ਵੱਟੇ ਭੰਨਦਿਆਂ ਬਿਤਾਈ। ਸੋ ਇਹ ਸੀ ਸਾਡਾ ਮੁਹਾਵਰਾ ਨੰਬਰ 8। ਹੁਣ ਅਸੀਂ ਕਰਾਂਗੇ ਮੁਹਾਵਰਾ ਨੰਬਰ 9। ਸਾਡਾ 9 ਨੰਬਰ ਮੁਹਾਵਰਾ ਹੈ ਉਂਗਲ ਕਰਨੀ। ਉਂਗਲ ਕਰਨੀ ਮੁਹਾਵਰੇ ਦਾ ਮਤਲਬ ਹੁੰਦਾ ਹੈ ਕਿਸੇ 'ਚ ਨੁਕਸ ਕੱਢਣਾ ਜਾਂ ਕਿਸੇ ਉੱਤੇ ਕੋਈ ਦੋਸ਼ ਲਗਾਉਣਾ। ਜਦੋਂ ਕੋਈ ਵਿਅਕਤੀ ਕਿਸੇ ਦੂਸਰੇ 'ਚ ਨੁਕਸ ਕੱਢਦਾ ਹੈ ਜਾਂ ਕਿਸੇ ਦੂਸਰੇ ਉੱਪਰ ਕੋਈ ਦੋਸ਼ ਲਾਉਂਦਾ ਹੈ ਤਾਂ ਉਸ ਵੇਲੇ ਉਂਗਲ ਕਰਨੀ ਮੁਹਾਵਰਾ ਵਰਤਿਆ ਜਾਂਦਾ ਹੈ। ਆਓ ਹੁਣ ਅਸੀਂ ਇਸ ਦਾ ਵਾਕ ਬਣਾਉਂਦੇ ਹਾਂ। ਸਾਨੂੰ ਬਿਨਾਂ ਕਿਸੇ ਸਬੂਤ ਜਾਂ ਤੱਥਾਂ ਦਾ ਭਾਵ ਹੁੰਦਾ ਸੱਚਾਈਆਂ, ਤੱਥਾਂ ਤੋਂ ਕਿਸੇ ਵੱਲ ਕਦੇ ਵੀ ਉਂਗਲ ਨਹੀਂ ਕਰਨੀ ਚਾਹੀਦੀ। ਭਾਵ ਬਿਨਾਂ ਸੱਚ ਨੂੰ ਜਾਣਿਆ ਸਾਨੂੰ ਕਦੇ ਵੀ ਕਿਸੇ ਵੱਲ ਉਂਗਲ ਨਹੀਂ ਕਰਨੀ ਚਾਹੀਦੀ, ਜਾਂ ਕਿਸੇ ਦਾ ਨੁਕਸ ਨਹੀਂ ਕੱਢਣਾ ਚਾਹੀਦਾ, ਜਾਂ ਦੋਸ਼ ਨਹੀਂ ਲਾਉਣਾ ਚਾਹੀਦਾ। ਸੋ ਜਦੋਂ ਕਿਸੇ 'ਤੇ ਨੁਕਸ ਕੱਢਿਆ ਜਾਵੇ ਜਾਂ ਦੋਸ਼ ਲਗਾਇਆ ਜਾਵੇ ਤਾਂ ਉਦੋਂ ਉਂਗਲ ਕਰਨੀ ਮੁਹਾਵਰਾ ਜਿਹੜਾ ਹੈ ਵਰਤਿਆ ਜਾਂਦਾ ਹੈ। ਹੁਣ ਅਸੀਂ ਕਰਦੇ ਹਾਂ ਮੁਹਾਵਰਾ ਨੰਬਰ 10। ਸਾਡਾ 10 ਨੰਬਰ ਮੁਹਾਵਰਾ ਹੈ ਉਮਰ ਭਰ ਦੀਆਂ ਰੋਟੀਆਂ ਕਮਾਉਣਾ। ਉਮਰ ਭਰ ਦੀਆਂ ਰੋਟੀਆਂ ਕਮਾਉਣਾ ਮੁਹਾਵਰੇ ਦਾ ਅਰਥ ਹੁੰਦਾ ਹੈ ਵਧੇਰੇ ਕਮਾਈ ਕਰਨੀ। ਭਾਵ ਜ਼ਿਆਦਾ ਕਮਾਈ ਕਰਨੀ। ਆਓ ਹੁਣ ਇਸ ਦਾ ਵਾਕ ਬਣਾਉਂਦੇ ਹਾਂ। ਰਮਨ ਨੂੰ ਦੁਕਾਨਦਾਰੀ ਐਸੀ ਰਾਸ ਆਈ ਹੈ ਕਿ ਉਸਨੇ 4 ਕੁ ਸਾਲਾਂ ਵਿੱਚ ਹੀ ਉਮਰ ਭਰ ਦੀਆਂ ਰੋਟੀਆਂ ਕਮਾ ਲਈਆਂ ਹਨ। ਸੋ ਜਦੋਂ ਕਿਸੇ ਨੂੰ ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਕਮਾਈ ਹੋਵੇ ਤਾਂ ਉਸ ਵੇਲੇ ਉਮਰ ਭਰ ਦੀਆਂ ਰੋਟੀਆਂ ਕਮਾਉਣਾ ਮੁਹਾਵਰਾ ਵਰਤਿਆ ਜਾਂਦਾ ਹੈ। ਆਓ ਹੁਣ ਕਰਦੇ ਹਾਂ ਮੁਹਾਵਰਾ ਨੰਬਰ 11। ਮੁਹਾਵਰਾ ਨੰਬਰ 11 ਉਖਲੀ ਵਿੱਚ ਸਿਰ ਦੇਣਾ। ਉਖਲੀ ਵਿੱਚ ਸਿਰ ਦੇਣਾ ਮੁਹਾਵਰੇ ਦਾ ਅਰਥ ਹੈ ਜਾਣ ਬੁੱਝ ਕੇ ਮੁਸੀਬਤ ਵਿੱਚ ਫਸਣਾ
ਜਾਂ ਵੇਖ ਵਾਕ ਕੇ ਵੀ ਖੁਦ ਮੁਸੀਬਤ ਵੱਲ ਨੂੰ ਵਧਣਾ, ਉਦੋਂ ਉਖਲੀ ਵਿੱਚ ਸਿਰ ਦੇਣਾ ਜਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ। ਆਓ ਹੁਣ ਅਸੀਂ ਇਸ ਦਾ ਵਾਕ ਬਣਾਉਂਦੇ ਹਾਂ। ਸੁਰਜਨ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਸੁਲੱਖਣ ਸਿੰਘ ਦੇ ਲੜਕੇ ਨਾਲ ਕਰਕੇ ਉਖਲੀ ਵਿੱਚ ਸਿਰ ਦੇ ਦਿੱਤਾ ਹੈ। ਆਏ ਦਿਨ ਮੁੰਡੇ ਵੱਲੋਂ ਕੋਈ ਨਾ ਕੋਈ ਨਵੀਂ ਮੰਗ ਆਈ ਰਹਿੰਦੀ ਹੈ। ਸੋ ਇਸ ਪ੍ਰਕਾਰ ਜਦੋਂ ਜਾਣ ਬੁੱਝ ਕੇ ਵੇਖ ਚਾਕ ਕੇ ਵੀ ਅਸੀਂ ਫਿਰ ਉਸ ਮੁਸੀਬਤ ਨੂੰ ਆਪਣੇ ਗਲੇ ਪਾ ਲਈਏ ਤਾਂ ਉਸ ਵੇਲੇ ਉਖਲੀ ਵਿੱਚ ਸਿਰ ਦੇਣਾ ਮੁਹਾਵਰਾ ਵਰਤਿਆ ਜਾਂਦਾ ਹੈ। ਆਓ ਹੁਣ ਕਰਦੇ ਹਾਂ ਮੁਹਾਵਰਾ ਨੰਬਰ 12। ਸਾਡਾ 12ਵਾਂ ਨੰਬਰ ਮੁਹਾਵਰਾ ਹੈ ਉੱਡ ਉੱਡ ਕੇ ਪੈਣਾ। ਉੱਡ ਉੱਡ ਕੇ ਪੈਣਾ ਮੁਹਾਵਰੇ ਦਾ ਅਰਥ ਹੈ ਅੱਗੇ ਅੱਗੇ ਹੋ ਕੇ ਗੱਲ ਪੈਣਾ, ਭਾਵ ਜਾਣ ਜਾਣ ਕੇ ਅੱਗੇ ਹੋ ਕੇ ਕਿਸੇ ਨੂੰ ਮਾਰਨਾ ਜਾਂ ਉਸ ਦੇ ਗੱਲ ਪੈਣਾ। ਆਓ ਕਰਦੇ ਹਾਂ ਹੁਣ ਇਸ ਦਾ ਵਾਕ। ਹਰ ਸਮੱਸਿਆ ਠੰਡੇ ਦਿਲ ਦਿਮਾਗ ਨਾਲ ਸੋਚ ਕੇ ਹੱਲ ਹੋ ਸਕਦੀ ਹੈ। ਉੱਡ ਉੱਡ ਕੇ ਪੈਣ ਨਾਲ ਗੁੰਝਲ ਹੋਰ ਪਕੇੜੀ ਹੋ ਜਾਂਦੀ ਹੈ, ਭਾਵ ਕਿ ਕੋਈ ਵੀ ਸਾਨੂੰ ਸਮੱਸਿਆ ਹੈ ਜਾਂ ਕੋਈ ਵੀ ਲੜਾਈ ਹੈ, ਜੇ ਅਸੀਂ ਆਪਣੇ ਠੰਡੇ ਦਿਲ ਦਿਮਾਗ ਨਾਲ ਸੋਚਾਂਗੇ ਤਾਂ ਹੋ ਸਕਦਾ ਹੈ ਕਿ ਉਸ ਸਮੱਸਿਆ ਦਾ ਸਾਨੂੰ ਹੱਲ ਮਿਲ ਜਾਵੇ। ਅਤੇ ਜੇ ਅਸੀਂ ਉਸੇ ਵੇਲੇ ਉਸ ਸਮੱਸਿਆ ਨੂੰ ਉੱਡ ਉੱਡ ਕੇ ਪਵਾਂਗੇ ਜਾਂ ਅਗਲੇ ਬੰਦੇ ਨਾਲ ਉਸ ਦੇ ਗੱਲ ਤੱਕ ਪਵਾਂਗੇ ਤਾਂ ਇਹ ਜਿਹੜੀ ਗੁੰਝਲ ਹੈ ਲੜਾਈ ਦੀ ਹੋਰ ਪੱਕੀ ਹੋ ਜਾਵੇਗੀ। ਇਸ ਕਰਕੇ ਉੱਡ ਉੱਡ ਕੇ ਪੈਣਾ ਮੁਹਾਵਰੇ ਦਾ ਅਰਥ ਹੈ ਕਿ ਅੱਗੇ ਅੱਗੇ ਹੋ ਕੇ ਗੱਲ ਪੈਣਾ, ਜਾਣ ਬੁੱਝ ਕੇ ਲੜਾਈ ਲੈਣੀ। ਜੀ ਵਿਦਿਆਰਥੀਓ, ਇਹ ਸੀ ਕੁਝ ਮੁਹਾਵਰੇ। ਹੁਣ ਅਸੀਂ ਕਰਾਂਗੇ ਦੁਹਰਾਈ ਵਜੋਂ ਬਹੁ ਵਿਕਲਪੀ ਪ੍ਰਸ਼ਨ। ਅਸੀਂ ਤੁਹਾਨੂੰ ਇੱਕ ਪ੍ਰਸ਼ਨ ਦੇਵਾਂਗੇ ਔਰ ਉਸ ਦੀਆਂ 4 ਜਿਹੜੇ ਵਿਕਲਪ ਹੋਣਗੇ ਅਤੇ ਤੁਸੀਂ ਉਸ ਵਿੱਚੋਂ ਸਹੀ ਵਿਕਲਪ ਚੁਣਨਾ ਹੈ। ਆਓ ਸ਼ੁਰੂ ਕਰਦੇ ਹਾਂ ਅਸੀਂ ਪ੍ਰਸ਼ਨ ਉੱਤਰ। ਸਾਡਾ ਪਹਿਲਾ ਪ੍ਰਸ਼ਨ ਹੈ ਕਿ ਹੇਠ ਲਿਖੇ ਮੁਹਾਵਰੇ ਦੇ ਸਹੀ ਅਰਥ ਦੱਸੋ। ਮੈਂ ਤੁਹਾਨੂੰ ਇੱਕ ਮੁਹਾਵਰਾ ਦੇਣੀ ਹੈ ਅਤੇ ਤੁਸੀਂ 4 ਵਿਕਲਪ ਦਿੱਤੇ ਗਏ ਨੇ ਅਤੇ ਇਹਨਾਂ 'ਚੋਂ ਸਹੀ ਅਰਥ ਵੇਖਣਾ ਹੈ। ਉਮਰ ਦੀਆਂ ਰੋਟੀਆਂ ਕਮਾਉਣੀਆਂ। ਸੋ ਇਹ ਮੁਹਾਵਰਾ ਹੈ ਅਤੇ ਇਸ ਦੇ 4 ਵਿਕਲਪ ਹਨ। ਊੜਾ ਬਹੁਤ ਰੋਟੀਆਂ ਵੇਲਣੀਆਂ, ਐੜਾ ਬਹੁਤ ਕਮਾਈ ਕਰਨੀ, ਈੜੀ ਰੋਟੀਆਂ ਕਮਾ ਕੇ ਲਿਆਉਣੀਆਂ ਅਤੇ ਸੱਸਾ ਸਾਰੀ ਉਮਰ ਦੀਆਂ ਰੋਟੀਆਂ ਪਕਾਉਣੀਆਂ। ਸੋ ਇਹ 4 ਵਿਕਲਪ ਦਿੱਤੇ ਗਏ ਹਨ, ਤੁਸੀਂ ਇਸ ਵਿੱਚੋਂ ਸਹੀ ਵਿਕਲਪ ਚੁਣਨਾ ਹੈ। ਹਾਂਜੀ ਬੱਚਿਓ, ਇਸ ਦਾ ਸਹੀ ਉੱਤਰ ਹੈ ਐੜਾ ਬਹੁਤ ਕਮਾਈ ਕਰਨੀ। ਸੋ ਹੁਣ ਅਸੀਂ ਪ੍ਰਸ਼ਨ ਨੰਬਰ 2 ਕਰਾਂਗੇ। ਪ੍ਰਸ਼ਨ ਨੰਬਰ 2 ਦੇ ਵਿੱਚ ਹੈਗਾ ਕਿ ਹੇਠ ਲਿਖੇ ਵਿਕਲਪਾਂ ਵਿੱਚੋਂ ਸ਼ੁੱਧ ਮੁਹਾਵਰਾ ਚੁਣਨਾ ਹੈ। ਅਸੀਂ ਸਾਰਿਆਂ ਨੇ ਬਹੁਤ ਸਾਰੇ ਮੁਹਾਵਰੇ ਕੀਤੇ ਹਨ ਅਤੇ ਹੁਣ ਤੁਸੀਂ ਵੇਖਣਾ ਕਿ ਇਸ ਮੁਹਾਵਰਿਆਂ ਵਿੱਚੋਂ 4 ਤਰ੍ਹਾਂ ਦੇ ਮੁਹਾਵਰੇ ਦਿੱਤੇ ਗਏ ਹਨ, 4 ਵਿਕਲਪ ਹਨ। ਤੁਸੀਂ ਵੇਖਣਾ ਹੈ ਕਿ ਜਿਹੜਾ ਸ਼ਬਦਾਂ ਦਾ ਮੁਹਾਵਰਾ, ਜਿਹੜਾ ਸ਼ਾਬਦਿਕ ਪੱਖੋਂ ਕਿਹੜਾ ਮੁਹਾਵਰਾ ਸਹੀ ਹੈ। ਇਸ ਦੇ 4 ਵਿਕਲਪ ਹੇਠ ਲਿਖੇ ਹਨ। ਊੜਾ ਸਿਰ ਉਖਲੀ ਵਿੱਚ ਨਾ ਦੇਣਾ, ਐੜਾ ਸਿਰ ਉਖਲੀ ਵਿੱਚ ਦੇਣਾ, ਈੜੀ ਉਖਲੀ ਵਿੱਚ ਸਿਰ ਦੇਣਾ ਅਤੇ ਸੱਸਾ ਉਖਲੀ ਵਿੱਚ ਸਿਰ ਨਾ ਦੇਣਾ। ਹਾਂਜੀ ਬੱਚਿਓ, ਇੱਥੇ 4 ਵਿਕਲਪ ਦਿੱਤੇ ਗਏ ਨੇ ਜੋ ਕਿ ਲਗਭਗ ਇੱਕੋ ਜਿਹੇ ਵੇਖਣ ਨੂੰ ਲੱਗਦੇ ਨੇ, ਸੁਣਨ ਨੂੰ ਵੀ, ਪਰ ਤੁਸੀਂ ਇੱਥੇ ਸਹੀ ਵਿਕਲਪ ਚੁਣਨਾ ਹੈ। ਹਾਂਜੀ, ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਈੜੀ। ਸਾਡਾ ਮੁਹਾਵਰਾ ਸ਼ਾਬਦਿਕ ਪੱਖੋਂ ਹੁੰਦਾ ਹੈ ਉਖਲੀ ਵਿੱਚ ਸਿਰ ਦੇਣਾ। ਹੁਣ ਅਸੀਂ ਕਰਦੇ ਹਾਂ ਪ੍ਰਸ਼ਨ ਨੰਬਰ 3। ਹੇਠ ਲਿਖੇ ਮੁਹਾਵਰੇ ਨੂੰ ਪੂਰਾ ਕਰੋ। ਸੋ ਸਾਡਾ ਮੁਹਾਵਰਾ ਹੈ ਉਸਤਾਦੀ, ਅੱਗੇ ਡੈਸ਼ ਹੈ। ਬੱਚੋ ਇਹ ਮੁਹਾਵਰਾ ਵੀ ਅਸੀਂ ਪੜ੍ਹ ਚੁੱਕੇ ਹਾਂ। ਹੁਣ ਤੁਸੀਂ ਦੱਸਣਾ ਹੈ ਕਿ ਇਹ ਪੂਰੇ ਮੁਹਾਵਰੇ ਦੇ ਸ਼ਬਦ ਕੀ ਸਨ। ਸੋ ਸ਼ਾਬਦਿਕ ਪੱਖੋਂ ਇਸ ਨੂੰ ਪੂਰਾ ਕਰਨਾ ਹੈ। ਇਸ ਦੇ 4 ਵਿਕਲਪ ਹਨ। ਊੜਾ ਹੈ ਹੋਣੀ, ਐੜਾ ਹੈ ਕਰਨੀ, ਸਾਡੀ ਈੜੀ ਵਿਕਲਪ ਹੈ ਦੋਵੇਂ ਸਹੀ ਹਨ, ਉਪਰੋਕਤ ਉੱਪਰਲੇ ਦੋਵੇਂ ਸਹੀ ਹਨ, ਅਤੇ ਸੱਸਾ ਹੈ ਉੱਪਰਲੇ ਦੋਵੇਂ ਗਲਤ ਹਨ। ਸੋ ਇਸ ਦਾ ਸਹੀ ਵਿਕਲਪ ਕੀ ਹੋਏਗਾ? ਹਾਂਜੀ, ਹੁਣ ਤੁਸੀਂ ਵੇਖਣਾ ਹੈ ਕਿ ਉਸਤਾਦੀ ਦਾ ਸਹੀ ਵਿਕਲਪ ਹੈ ਐੜਾ ਕਰਨੀ। ਮੁਹਾਵਰਾ ਸ਼ਾਬਦਿਕ ਪੱਖੋਂ ਬਣਦਾ ਹੈ ਉਸਤਾਦੀ ਕਰਨੀ। ਸੋ ਐੜਾ ਇਸ ਦਾ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 4। ਹੇਠ ਲਿਖੇ ਅਰਥਾਂ ਲਈ ਸਹੀ ਮੁਹਾਵਰਾ ਲਿਖੋ। ਹਾਂਜੀ ਬੱਚੋ, ਹੁਣ ਅਸੀਂ ਮੁਹਾਵਰੇ ਦਾ ਅਰਥ ਦਿੱਤਾ ਹੋਇਆ ਹੈ
ਤੇ ਤੁਸੀਂ ਇਸ ਅਰਥ ਨੂੰ ਵੇਖ ਕੇ ਇਸ ਦਾ ਸਹੀ ਮੁਹਾਵਰਾ ਜਿਹੜਾ ਇਸ ਅਰਥ ਦੇ ਅਨੁਕੂਲ ਹੈ, ਢੁਕਵਾਂ ਹੈ, ਉਸ ਨੂੰ ਲੱਭਣਾ ਹੈ। ਸਾਡਾ ਅਰਥ ਹੈ ਨੁਕਸ ਕੱਢਣਾ ਕਿਸੇ 'ਚ ਜਾਂ ਕਿਸੇ ਨੂੰ ਦੋਸ਼ ਲਾਉਣਾ। ਸੋ ਇਸ ਦੇ 4 ਵਿਕਲਪ ਹਨ। ਊੜਾ ਉਸਤਾਦੀ ਕਰਨੀ, ਐੜਾ ਉਂਗਲਾਂ 'ਤੇ ਨਚਾਉਣਾ, ਈੜੀ ਉਂਗਲ ਕਰਨੀ ਤੇ ਸੱਸਾ ਕੋਈ ਵੀ ਨਹੀਂ। ਹਾਂਜੀ ਬੱਚਿਓ, ਨੁਕਸ ਕੱਢਣਾ ਜਾਂ ਕਿਸੇ ਤੇ ਦੋਸ਼ ਲਾਉਣ ਦਾ ਸਹੀ ਮੁਹਾਵਰਾ ਬਣਦਾ ਹੈ ਵਿਕਲਪ ਈੜੀ ਉਂਗਲ ਕਰਨੀ। ਸੋ ਉਂਗਲ ਕਰਨੀ ਜਿਹੜਾ ਹੈ ਸਾਡਾ ਇਹਨਾਂ ਅਰਥਾਂ ਦਾ ਨੁਕਸ ਕੱਢਣਾ ਜਾਂ ਦੋਸ਼ ਲਾਉਣ ਦਾ ਸਹੀ ਉੱਤਰ ਹੈ। ਹੁਣ ਅਸੀਂ ਕਰਦੇ ਹਾਂ ਪ੍ਰਸ਼ਨ ਨੰਬਰ 5। ਸਾਡਾ ਅਗਲਾ ਪ੍ਰਸ਼ਨ ਹੈ ਕਿ ਮੁਹਾਵਰੇ ਕੀ ਹੁੰਦੇ ਹਨ। ਇਸ ਦੇ 4 ਵਿਕਲਪ ਹਨ। ਊੜਾ ਲੋਕਾਂ ਦੇ ਮੂੰਹਾਂ ਵਿੱਚੋਂ ਨਿਕਲੇ ਸ਼ਬਦ, ਐੜਾ ਕਿਸੇ ਲੇਖਕ ਦੀ ਰਚਨਾ, ਈੜੀ ਉੱਪਰ ਦਿੱਤੇ ਗਏ ਦੋਵੇਂ ਵਿਕਲਪ ਸਹੀ ਹਨ, ਸੱਸਾ ਜਾਂ ਉੱਪਰ ਦਿੱਤੇ ਗਏ ਦੋਵੇਂ ਵਿਕਲਪ ਗਲਤ ਹਨ। ਸੋ ਇਹ 4 ਵਿਕਲਪ ਦਿੱਤੇ ਗਏ ਨੇ ਮੁਹਾਵਰਿਆਂ ਲਈ ਕਿ ਮੁਹਾਵਰੇ ਕੀ ਹੁੰਦੇ ਹਨ। ਅਸੀਂ ਸ਼ੁਰੂ ਵਿੱਚ ਜਦੋਂ ਸ਼ੁਰੂ ਕੀਤਾ ਸੀ ਆਪਣਾ ਇਹ ਵਿਆਕਰਨ ਦਾ ਵਿਸ਼ਾ ਤੇ ਉਹਦੇ ਵਿੱਚ ਦੱਸਿਆ ਸੀਗਾ ਕਿ ਮੁਹਾਵਰੇ ਕੀ ਹੁੰਦੇ ਹਨ। ਅਸੀਂ ਸਾਫ਼-ਸਾਫ਼ ਕਿਹਾ ਸੀਗਾ ਕਿ ਇਹ ਕਿਸੇ ਲੇਖਕ ਦੀ ਰਚਨਾ ਨਹੀਂ ਹੁੰਦੇ, ਸਗੋਂ ਆਮ ਮੁਹਾਵਰੇ ਲੋਕਾਂ ਦੇ ਮੂੰਹ ਵਿੱਚੋਂ ਉਗਮਦੇ ਹੋਏ ਸ਼ਬਦ ਹੁੰਦੇ ਹਨ। ਸੋ ਇਸ ਤਰ੍ਹਾਂ ਜਿਹੜੇ ਮੁਹਾਵਰੇ ਨੇ ਇਸ ਦਾ ਸਹੀ ਵਿਕਲਪ ਹੈ ਊੜਾ ਲੋਕਾਂ ਦੇ ਮੂੰਹ ਵਿੱਚੋਂ ਨਿਕਲੇ ਸ਼ਬਦ, ਜਿਹੜੇ ਕਿ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੇ ਰਹਿੰਦੇ ਹਨ। ਸੋ ਇਸ ਦਾ ਸਹੀ ਉੱਤਰ ਹੈ ਊੜਾ। ਹੁਣ ਅਸੀਂ ਕਰਾਂਗੇ ਪ੍ਰਸ਼ਨ ਨੰਬਰ 6। 6ਵਾਂ ਪ੍ਰਸ਼ਨ ਹੈ ਕਿ ਕੁਝ ਮੁਹਾਵਰੇ ਦਿੱਤੇ ਗਏ ਹਨ ਅਤੇ ਕੁਝ ਉਹਨਾਂ ਦੇ ਸਾਹਮਣੇ ਅਰਥ ਦਿੱਤੇ ਗਏ ਹਨ। ਅਸੀਂ ਸਹੀ ਮੁਹਾਵਰੇ ਦਾ ਜਿਹੜਾ ਸਹੀ ਅਰਥ ਹੈ ਉਹ ਚੁਣਨਾ ਹੈ ਤੇ ਉਸ ਦਾ ਮਿਲਾਨ ਕਰਨਾ ਹੈ। ਸਾਡਾ ਪ੍ਰਸ਼ਨ ਵੀ ਇਹੀ ਹੈ, ਸਹੀ ਮਿਲਾਨ ਕਰੋ। ਹੁਣ ਇਸ ਪ੍ਰਸ਼ਨ ਦੇ ਵਿੱਚ ਊੜਾ, ਐੜਾ, ਈੜੀ, ਸੱਸਾ, ਹਾਹਾ ਵਿਕਲਪ ਦਿੱਤੇ ਗਏ ਹਨ ਤੇ ਇਹਨਾਂ ਵਿਕਲਪਾਂ ਦੇ ਵਿੱਚ ਇੱਕ ਪਾਸੇ ਮੁਹਾਵਰੇ ਦਿੱਤੇ ਗਏ ਹਨ, ਜਿਵੇਂ ਉਸਤਾਦੀ ਕਰਨੀ, ਐੜਾ ਹੈ ਉੱਲੂ ਸਿੱਧਾ ਕਰਨਾ, ਈੜੀ ਹੈ ਉੱਲੂ ਬੋਲਣੇ, ਸੱਸਾ ਹੈ ਉਂਗਲ ਕਰਨੀ ਤੇ ਹਾਹਾ ਹੈ 19-21 ਦਾ ਫਰਕ। ਸੋ ਇਹ ਮੁਹਾਵਰੇ ਹਨ ਤੇ ਇਹਨਾਂ ਦੇ ਬਿਲਕੁਲ ਸਾਹਮਣੇ ਦਿੱਤੇ ਗਏ ਹਨ ਅਰਥ, ਜੋ ਕਿ ਉਲਟੇ ਦਿੱਤੇ ਗਏ ਹਨ। ਅਸੀਂ ਕਿਹੜੇ ਮੁਹਾਵਰੇ ਦਾ ਅਰਥ ਕਿਹੜਾ ਸਹੀ ਹੈ ਉਸ ਨਾਲ ਉਸ ਦਾ ਮਿਲਾਨ ਕਰਨਾ ਹੈ। ਸੋ ਅਸੀਂ ਹੁਣ ਸ਼ੁਰੂ ਤੋਂ ਚੱਲਦੇ ਹਾਂ। ਸਾਡਾ ਪਹਿਲਾ ਮੁਹਾਵਰਾ ਹੈ ਉਸਤਾਦੀ ਕਰਨੀ। ਹੁਣ ਅਸੀਂ ਇਹ 5 ਵਿਕਲਪ ਪੜਾਂਗੇ ਤੇ ਪੜਨ ਤੋਂ ਬਾਅਦ ਵੇਖਾਂਗੇ ਕਿ ਉਸਤਾਦੀ ਕਰਨੀ ਦਾ ਜਿਹੜਾ ਸਹੀ ਵਿਕਲਪ ਕਿਹੜਾ ਹੈ। ਜਿਵੇਂ ਉਸਤਾਦੀ ਕਰਨੀ ਦੇ ਸਾਹਮਣੇ ਲਿਖਿਆ ਹੈ ਮਤਲਬ ਕੱਢਣਾ, ਉਜਾੜ ਹੋਣਾ, ਬਹੁਤ ਘੱਟ ਫਰਕ ਹੋਣਾ, ਚਲਾਕੀ ਕਰਨੀ, ਦੋਸ਼ ਲਾਉਣਾ। ਸੋ ਉਸਤਾਦੀ ਕਰਨੀ ਦਾ ਸਹੀ ਜਿਹੜਾ ਅਰਥ ਹੈ ਉਹ ਹੈ ਚਲਾਕੀ ਕਰਨੀ। ਸੋ ਅਸੀਂ ਚਲਾਕੀ ਕਰਨੀ ਤੇ ਨਿਸ਼ਾਨ ਲਾ ਦੇਵਾਂਗੇ। ਉਸ ਤੋਂ ਬਾਅਦ ਹੈ ਐੜਾ ਵਿਕਲਪ ਸਾਡਾ ਉੱਲੂ ਸਿੱਧਾ ਕਰਨਾ। ਸੋ ਉੱਲੂ ਸਿੱਧਾ ਕਰਨਾ ਦਾ ਮਤਲਬ ਸਾਨੂੰ ਪਤਾ ਹੀ ਹੈ ਕਿ ਆਪਣਾ ਮਤਲਬ ਕੱਢਣਾ। ਸੋ ਸਭ ਤੋਂ ਉੱਪਰ ਜਿਹੜਾ ਲਿਖਿਆ ਹੋਇਆ ਹੈ ਮਤਲਬ ਕੱਢਣਾ, ਉਹ ਐੜਾ ਵਿਕਲਪ ਦਾ ਸਹੀ ਅਰਥ ਹੋਵੇਗਾ। ਹੁਣ ਈੜੀ ਹੈ ਉੱਲੂ ਬੋਲਣੇ। ਮੁਹਾਵਰਾ ਸਾਡੇ ਕੋਲ ਹੈ ਉੱਲੂ ਬੋਲਣੇ। ਸੋ ਹੁਣ ਮਤਲਬ ਕੱਢਣਾ ਵੀ ਹੋ ਗਿਆ। ਅਗਲਾ ਸਾਡੇ ਕੋਲ ਹੈਗਾ ਉਜਾੜ ਹੋਣਾ। ਸੋ ਅਸੀਂ ਇਹ ਮੁਹਾਵਰਾ ਕੀਤਾ ਵੀ ਸੀਗਾ ਕਿ ਛੁੱਟੀਆਂ ਦੇ ਦਿਨਾਂ ਦੇ ਵਿੱਚ ਸਕੂਲ ਵਿੱਚ ਉੱਲੂ ਬੋਲਦੇ ਹਨ ਕਿ ਸੁੰਨਸਾਨ ਪੈ ਜਾਂਦੀ ਹੈ, ਉਜਾੜ ਹੁੰਦੀ ਹੈ। ਅਗਲਾ ਹੈ ਸਾਡੇ ਕੋਲ ਉਂਗਲ ਕਰਨੀ। ਉਂਗਲ ਕਰਨੀ ਕਿਸੇ ਵੱਲ ਦੋਸ਼ ਲਾਉਣਾ। ਸੋ ਇਹ ਵੀ ਅਸੀਂ ਕਰ ਚੁੱਕੇ ਹਾਂ। ਸੋ ਇਸ ਦਾ ਸਹੀ ਉੱਤਰ ਹੈ ਦੋਸ਼ ਲਾਉਣਾ। ਅਖੀਰਲਾ ਮੁਹਾਵਰਾ ਸਾਡੇ ਕੋਲ ਹੈ 19-21 ਦਾ ਫਰਕ ਹੋਣਾ। ਸੋ ਇਸ ਦਾ ਅਰਥ ਹੁੰਦਾ ਹੈ ਬਹੁਤ ਘੱਟ ਫਰਕ ਹੋਣਾ। ਇਸ ਦਾ ਵਾਕ ਵੀ ਅਸੀਂ ਬਣਾਇਆ ਸੀ। ਸੋ ਇਹ ਹਨ ਸਾਡੇ ਸਹੀ ਵਿਕਲਪ ਤੇ ਉਹਨਾਂ ਦੇ ਉੱਤਰ। ਆਸ ਕਰਦੀ ਹਾਂ ਵਿਦਿਆਰਥੀਓ ਕਿ ਤੁਹਾਨੂੰ ਮੇਰੇ ਵੱਲੋਂ ਪੜ੍ਹਾਏ ਗਏ ਮੁਹਾਵਰੇ ਸਮਝ ਵਿੱਚ ਆ ਗਏ ਹੋਣਗੇ। ਤੁਸੀਂ ਇਹਨਾਂ ਮੁਹਾਵਰਿਆਂ ਤੋਂ ਇਲਾਵਾ ਬੱਚਿਓ ਹੋਰ ਵੀ ਮੁਹਾਵਰੇ ਪੜ੍ਹਨੇ ਆ ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੇ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਵੀ ਤੁਸੀਂ ਮੁਹਾਵਰਿਆਂ ਦਾ ਵਾਕ ਬਣਾਉਣਾ ਹੈ ਤੇ ਉਹ ਤੁਸੀਂ ਬਹੁਤ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਉਣਾ ਹੈ ਕਿ ਇਹਨਾਂ ਦੇ ਅੰਦਰੂਨੀ ਅਰਥ ਜਿਹੜੇ ਨੇ ਉਹ ਸ਼ਾਬਦਿਕ ਅਰਥ ਤੋਂ ਵੱਖ ਹੁੰਦੇ ਨੇ ਤੇ ਅੰਦਰੂਨੀ ਅਰਥਾਂ ਦੇ ਆਧਾਰ ਤੇ ਹੀ ਤੁਸੀਂ ਵਾਕ ਜਿਹੜਾ ਬਣਾਉਣਾ ਹੈ। ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ। ਧੰਨਵਾਦ ਜੀ।